ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਅਟਕ ਸਾਹਿਬ ਸਿਹੜੀ ਤੋਂ ਗੁਰੂ ਕੇ ਲਾਲਾ ਨੂੰ ਮਾਤਾ ਜੀ ਨੂੰ ਕੈਦੀਆਂ ਦੇ ਰੂਪ ਵਿੱਚ ਮੁਰੰਡੇ ਲਿਆਂਦਾ ਗਿਆ, ਕੋਤਵਾਲੀ ਦੇ ਅੰਦਰ ਕੈਦ ਕੀਤਾ ਗਿਆ। ਔਰ ਕੌਮ ਦੇ ਮੈਂ ਕਹਿੰਦਾ ਚੰਗੇ ਭਾਗ ਹੈ ਕਿ ਸਬੱਬ ਦੇ ਨਾਲ ਇਹ ਕਮਰਾ ਕਿਤੇ ਵਾਹਿਗੁਰੂ ਜੀ ਦੀ ਦੇਣ ਬਖਸ਼ਿਸ਼ ਇਹ ਬਚ ਗਈ ਕੋਠੜੀ ਕੋਤਵਾਲੀ ਸਾਹਿਬ, ਜਿਹਨੂੰ ਅੱਜ ਅਸੀਂ ਅਦਬ ਦੇ ਨਾਲ ਕਹਿੰਦੇ ਹਾਂ, ਜਿੱਥੇ ਸਾਹਿਬ ਦੇ ਲਾਲਾਂ ਦੇ ਚਰਨ ਪਏ, ਮਾਂ ਜੀ ਦੇ ਚਰਨ ਪਏ। ਤੇ ਉਹ ਥਾਣਾ ਉਹ ਕੋਤਵਾਲੀ ਵੀ ਅੱਜ ਸਾਡੇ ਵਾਸਤੇ ਆਦਰਯੋਗ ਹੈ। ਅਸੀਂ ਕੋਤਵਾਲੀ ਸਾਹਿਬ ਕਹਿ ਰਹੇ ਹਾਂ ਉਹਨੂੰ। ਇਸ ਕੋਠੜੀ ਦੇ ਅੰਦਰ, ਇਸ ਕਾਲ ਕੋਠੜੀ ਜੇਲ੍ਹ ਦੇ ਅੰਦਰ, ਸਿੱਖਾਂ ਵਾਲੇ ਕਮਰੇ ਦੇ ਅੰਦਰ ਨੰਨੀਆਂ ਜੀਆਂ ਜਿੰਦਾਂ ਬਿਰਧ ਮਾਤਾ ਜੀ ਨੂੰ ਕੈਦ ਕੀਤਾ ਗਿਆ। ਇਹ ਸਿੱਖਾਂ ਨੂੰ ਬਗਾਨਿਆਂ ਦੇ ਵਿੱਚ ਖੂੰਖਾਰ ਅੱਖਾਂ ਜਿਨ੍ਹਾਂ ਨੂੰ ਤੱਕ ਰਹੀਆਂ ਸੀ ਸਾਹਿਬਜ਼ਾਦਿਆਂ ਨੂੰ, ਤੇ ਉਹ ਘਿਰੇ ਹੋਏ ਸੀ ਬਗਾਨਿਆਂ ਦੇ ਅੰਦਰ। ਅੱਜ ਇਹ ਸਿੱਖਾਂ ਬਾਤਾਂ ਸੁਣਾਉਂਦੀਆਂ ਨੇ ਸਾਹਿਬਜ਼ਾਦਿਆਂ ਦੀਆਂ, ਉਹਨਾਂ ਨੇ ਸ਼ੋਅ ਮਾਣੀ ਹੈ ਸਾਹਿਬਜ਼ਾਦਿਆਂ ਦੀ। ਇਹਨਾਂ ਸਿੱਖਾਂ ਨੂੰ ਹੱਥ ਪਾ ਕੇ ਪਕੜ ਕੇ ਸਾਹਿਬਜ਼ਾਦੇ ਬਾਹਰ ਜ਼ਰੂਰ ਝਾਕਦੇ ਹੋਣਗੇ। ਆਨੰਦਪੁਰ ਸਾਹਿਬ ਵਾਲੀਆਂ ਰੌਣਕਾਂ ਮਾਂ ਜੀ ਨੂੰ ਪੁੱਛਦੇ ਨੇ। ਉਧਰ ਧੰਨ ਮਾਂ ਗੁਜਰੀ ਜੀ, ਜਿਨ੍ਹਾਂ ਨੂੰ ਇਸ ਗੱਲ ਦੀ ਅੰਤਰਾਤਮਿਕ ਖਬਰ ਹੈ ਕਿ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ, ਸਾਰਾ ਪਰਿਵਾਰ ਬਿਖਰ ਚੁੱਕਿਆ। ਅੱਲਾ ਯਾਰ ਖਾਂ ਜੋਗੀ ਨੇ ਬੋਲ ਕਹੇ ਨੇ ਇੱਥੇ ਬੈਠ ਕੇ ਮਾਂ ਜੀ ਦੇ ਨਾਲ ਗੋਦੀ ਵਿੱਚ ਗੁਰੂ ਲਾਲਾ ਨੇ ਬਾਤਾਂ ਕੀਤੀਆਂ। ਪੁੱਛਦੇ ਨੇ ਮਾਂ, ਉਹ ਆਨੰਦਪੁਰ ਸਾਹਿਬ ਵਾਲੀਆਂ ਰੌਣਕਾਂ ਫਿਰ ਕਦੋਂ ਪਰਤਣਗੀਆਂ, ਜਦੋਂ ਸਿੱਖ ਇੰਨੇ ਲਾਡ ਨਾਲ ਖਿਡਾਉਂਦੇ ਸਨ। ਵਿਦਵਾਨ ਗੁਣੀ ਸਿੱਖ ਭਾਈ ਚੌਪਾ ਸਿੰਘ ਜੀ ਵਰਗੇ ਗੋਡਿਆਂ ਪਰਨੇ ਘੋੜਾ ਬਣਦੇ ਸੀ। ਬਾਬਾ ਫਤਿਹ ਸਿੰਘ ਜੀ ਸਾਰਾ ਦਿਨ ਉਹਨਾਂ ਤੇ ਸਵਾਰ ਹੋ ਕੇ ਖੇਡਿਆ ਕਰਦੇ ਸੀ। ਗੁਰੂ ਪਾਤਸ਼ਾਹ ਹਜ਼ੂਰ ਨੇ ਵਿਦਵਾਨਾਂ ਦੀ ਸੰਗਤ ਦੇ ਵਿੱਚ ਸਾਹਿਬਜ਼ਾਦਿਆਂ ਦਾ ਪਾਲਣ ਪੋਸ਼ਣ ਕੀਤਾ। ਤੋ ਮਾਂ ਜੀ ਨੂੰ ਪੁੱਛਦੇ ਨੇ ਵੀ ਉਹ ਰੌਣਕਾਂ ਕਦੋਂ ਆਉਣਗੀਆਂ, ਕਿਉਂਕਿ ਇਹ ਕਦੀ ਕਲਪਨਾ ਵੀ ਨਹੀਂ ਸੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰ ਦੇ ਟੁਕੜੇ ਜੇਲ੍ਹ ਦੇ ਅੰਦਰ, ਕਾਲ ਕੋਠੜੀ ਦੇ ਅੰਦਰ। ਥੋੜ੍ਹੀ ਜਿਹੀ ਕਲਪਨਾ ਕਰਕੇ ਵੇਖੀ ਕਿ ਸਾਡੇ ਮਾਸੂਮ ਜਿਹੇ ਬੱਚਿਆਂ ਨੂੰ ਕੋਈ ਰਾਤਾਂ ਨੂੰ ਇਦਾਂ ਕੈਦ ਕਰਕੇ ਰੱਖੇ, ਕਿਸ ਤਰ੍ਹਾਂ ਦਾ ਅਨੁਭਵ ਹੋਏਗਾ। ਤੇ ਜੋਗੀ ਜੀ ਲਿਖਦੇ ਨੇ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ, ਦਰਿਆ पे हमको छोड़ के राही किधर गए, अब्बा भगा के लश्करे शाही किधर गए, तड़पा के हाय मूरते माही किधर गए। ਤੇ ਫਿਰ ਸ਼ਿਕਵਾ ਵੀ ਕਰਦੇ ਨੇ ਮਾਂ, ਕਿੰਨੇ ਪੈਰ ਗੁਜ਼ਰ ਗਏ, ਵੱਡੇ ਵੀਰ ਸਾਨੂੰ ਮਿਲੇ ਨਹੀਂ, ਇੱਕ ਛਿਨ ਸਾਥੋਂ ਜੁਦਾ ਨਹੀਂ ਸੀ ਹੁੰਦੇ, ਅੱਤ ਦਾ ਸਨੇਹ ਸੀ। ਤੇ ਨਾਲ ਇਹ ਕਹਿੰਦੇ ਨੇ ਮਾਂ, ਜਦੋਂ ਵੀਰ ਮਿਲਣਗੇ ਨਾ ਅਸੀਂ ਉਹਨਾਂ ਨਾਲ ਰੁੱਸ ਜਾਵਾਂਗੇ, ਅਸੀਂ ਬੋਲਾਂਗੇ ਨਹੀਂ ਉਹਨਾਂ ਦੇ ਨਾਲ। ਤੇ ਫਿਰ ਵੇਖੋ ਕੈਸੀ ਅੰਦਰ ਦੀ ਕਲਪਨਾ ਹੈ। ਕਹਿੰਦੇ ਜਦੋਂ ਵੀਰ ਬਹੁਤ ਲਾਡ ਕਰਨਗੇ ਨਾ ਤੇ ਫਿਰ ਅਸੀਂ ਕਵਾਂਗੇ ਕਿ ਵਾਅਦਾ ਕਰੋ ਕਿ ਦੁਬਾਰਾ ਕਦੀ ਨਹੀਂ ਵਿਛੜੋਗੇ। ਜਬ रण अजीत जीत कर तशरीफ लाएंगे, अब्बा के संग जिस घड़ी जुजार आएंगे, करके गिला हर एक से हम रूठ जाएंगे, माता कभी पिता कभी भाई मनाएंगे, कहेंगे गले से लगा के बार बार, अब मान जाओ मगर हम ना मानेंगे जीनहार, इकरार लेंगे हर एक से बुलाना ना फिर कभी, बारे दिगर बिछड़ कर जाना ना फिर कभी, हमको अकेला छोड़ कर सताना ना फिर कभी। ਇੱਦਾਂ ਦੀਆਂ ਬਾਤਾਂ ਮਾਂ ਜੀ ਦੇ ਗਲ ਲੱਗ ਕੇ ਗੋਦੀ 'ਚ ਬੈਠ ਕੇ ਲਾਲ ਕਰਦੇ ਨੇ। ਸਿੱਖਾਂ ਦੇ ਅੰਦਰ ਮਾਂ ਜੀ ਕਰਤਾ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਦੇ ਅੰਦਰ ਇਹੀ ਪੜ੍ਹ ਰਹੇ ਨੇ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੀ ਦਾਤ ਤੇਰੀ ਦਾਤਾਰ। ਸਿੱਖੀ ਦੀ ਨੀਂਹ ਪੱਕੀ ਹੋ ਰਹੀ ਹੈ, ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਪਰ ਇੱਕ ਸੁਨੇਹਾ ਇਹ ਸਿੱਖਾਂ ਜ਼ਰੂਰ ਦਿੰਦੀਆਂ ਨੇ, ਇਹ ਸਲਾਖਾਂ, ਇਹ ਕੋਠੜੀ ਇੱਕ ਸੁਨੇਹਾ ਜ਼ਰੂਰ ਦਿੰਦੀ ਹੈ ਪੰਥ ਜੀ ਕਿ ਸਰੀਰ ਕੈਦ ਕੀਤੇ ਜਾ ਸਕਦੇ ਨੇ, ਸੋਚ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਇਸ ਕੋਠੜੀ ਦੇ ਅੰਦਰ ਸਲਾਖਾਂ ਦੇ ਪਿੱਛੇ ਜ਼ਰੂਰ ਕੈਦ ਕੀਤਾ, ਸਰੀਰਾਂ ਨੂੰ ਬੰਨ੍ਹਿਆ ਜਾ ਸਕਦਾ ਹੈ।
ਸਰੀਰਾਂ ਨੂੰ ਰੋਕਿਆ ਜਾ ਸਕਦਾ ਪਰ ਸੋਚ ਦੀ ਪ੍ਰਵਾਜ਼ ਨੂੰ ਕੋਈ ਰੋਕ ਨਹੀਂ ਸਕਦਾ। ਦੁਖਾਂਤ ਉਦੋਂ ਹੁੰਦਾ ਹੈ ਜਦੋਂ ਕਿਸੇ ਦੀ ਸੋਚ ਗੁਲਾਮ ਹੋ ਜਾਏ, ਸਰੀਰ ਭਾਵੇਂ ਖੁੱਲ੍ਹਾ ਹੀ ਰਹਿ ਜਾਏ, ਉਹ ਮਨੁੱਖ ਸਦਾ ਵਾਸਤੇ ਗੁਲਾਮ ਹੋ ਕੇ ਰਹਿ ਜਾਂਦੇ ਆ, ਉਹਨਾਂ ਦੀ ਖਿਆਲਾਂ ਦੀ ਉਡਾਰੀ ਮੁੱਕ ਜਾਂਦੀ ਹੈ। ਪਰ ਜੇ ਸਰੀਰ ਪਿੰਜਰਿਆਂ ਵਿੱਚ ਵੀ ਨੇ, ਚਿੰਤਾ ਨਹੀਂ ਕਰਨੀ, ਕਦੀ ਸੋਚ ਗੁਲਾਮ ਨਾ ਹੋਵੇ। ਸਾਹਿਬਜ਼ਾਦਿਆਂ ਨੇ ਸਾਨੂੰ ਸੰਦੇਸ਼ ਦਿੱਤਾ ਕਿ ਸਾਡੀ ਸੋਚ ਆਜ਼ਾਦ ਹੈ ਤੇ ਇੱਕ ਦਿਨ ਇਹ ਆਜ਼ਾਦ ਸੋਚ ਇਸ ਧਰਤੀ ਉੱਤੇ ਧਰਮ ਦਾ ਰਾਜ ਸਥਾਪਿਤ ਕਰੇਗੀ, ਜ਼ੁਲਮੀ ਰਾਜ ਦਾ ਅੰਤ ਹੋਵੇਗਾ। ਸੋ ਇਹ ਯਾਦਗਾਰ ਜਿਹੜੀ ਹੈ ਕੋਤਵਾਲੀ ਸਾਹਿਬ ਬਹੁਤ ਵੱਡਾ ਸੰਦੇਸ਼ ਆਪਣੇ ਆਪ 'ਚ ਦੇ ਰਹੀ ਹੈ। ਨਿਰਭੈ ਸੂਰਮੇ ਯੋਧੇ ਹੋਣ ਦਾ ਜਿਹੜਾ ਸੁਨੇਹਾ ਸਾਹਿਬਜ਼ਾਦਿਆਂ ਨੇ ਦਿੱਤਾ ਕਿ ਮਨੁੱਖ ਆਤਮਿਕ ਤੌਰ ਤੇ ਬਲਵਾਨ ਹੋਵੇ, ਉਹ ਜ਼ੁਲਮ ਦੇ ਸਕੰਜੇ ਦੇ ਵਿੱਚ ਡੱਕਿਆ ਹੋਇਆ ਵੀ ਕਦੀ ਭੈ ਭੀਤ ਨਹੀਂ ਹੋ ਸਕਦਾ। ਨਿਰਭਉ ਨੂੰ ਸੇਵਦੇ ਆ, ਵਾਹਿਗੁਰੂ ਨੂੰ ਧਿਆਉਂਦੇ ਆ, ਨਿਰਵੈਰ ਜਪਦੇ ਨੇ, ਕਿਸੇ ਨਾਲ ਕੋਈ ਵੈਰ ਨਹੀਂ ਹੈ, ਕਿਸੇ ਦਾ ਕੋਈ ਭਾਉ ਨਹੀਂ ਹੈ, ਭਵਿੱਖ ਦੀ ਚਿੰਤਾ ਨਹੀਂ ਹੈ। ਅੱਜ ਨੂੰ ਰੱਬੀ ਰੰਗ ਵਿੱਚ ਮੰਨ ਰਹੇ ਨੇ। ਆਨੰਦਪੁਰ ਸਾਹਿਬ ਜੀ ਦੇ ਉਸ ਸਿੰਘਾਸਨ ਦੇ ਉੱਤੇ ਵੀ ਉਹੀ ਖੁਸ਼ੀਆਂ ਸਨ, ਇਸ ਕਾਲ ਕੋਠੜੀ ਦੇ ਅੰਦਰ ਵੀ ਉਦਾਂ ਦਾ ਹੀ ਰੰਗ ਹੈ, ਕਿਉਂਕਿ ਵਾਹਿਗੁਰੂ ਜੀ ਦਾ ਸਿਮਰਨ ਹਿਰਦੇ ਵਿੱਚ ਹੈ। ਪੰਥ ਦਾ ਇਹ ਬਹੁਤ ਵੱਡਾ ਕੇਂਦਰੀ ਸਥਾਨ, ਤੀਰਥ ਹੈ ਪੰਥ ਦਾ, ਜਿੱਥੋਂ ਸਾਨੂੰ ਆਤਮਿਕ ਬਲ ਮਿਲਦਾ ਔਰ ਖਾਸ ਕਰਕੇ ਸਾਡੇ ਯੂਥ ਨੂੰ, ਸਾਡੀ ਨੌਜਵਾਨੀ ਨੂੰ, ਜਿਹੜੇ ਅਸੀਂ ਦੁੱਖਾਂ ਦੁਸ਼ਵਾਰੀਆਂ ਦੇ ਵਿੱਚ ਕਈ ਵਾਰੀ ਜ਼ਿੰਦਗੀ ਤੋਂ ਮਾਯੂਸ ਹੋ ਜਾਂਦੇ ਹਾਂ, ਸਾਡੇ ਲਈ ਇਹ ਪ੍ਰੇਰਨਾ ਸਰੋਤ ਹੈ ਕਿ ਜਿੰਨੇ ਮਰਜ਼ੀ ਦੁੱਖਾਂ ਦੇ ਪਹਾੜ ਟੁੱਟ ਪੈਣ, ਸੰਸਾਰ ਦੇ ਉੱਤੇ ਰਹਿੰਦੇ ਆ, ਜ਼ਿੰਦਗੀ 'ਚ ਸੁੱਖ ਦੁੱਖ ਦੋਏਦਾਰ ਕੱਪੜੇ ਨੇ। ਜੇ ਸੁਰਤ ਬਲਵਾਨ ਹੈ ਤੇ ਫਿਰ ਕਦੀ ਵੀ ਮਾਯੂਸੀ ਨੇੜੇ ਨਹੀਂ ਆ ਸਕਦੀ। ਜਦੋਂ ਅਸੀਂ ਆਦਰਸ਼ ਸਾਹਿਬਜ਼ਾਦਿਆਂ ਨੂੰ ਮੰਨ ਕੇ ਤੁਰਾਂਗੇ ਤੇ ਜਿਹੜੀ ਸਾਡੀ ਅੱਜ ਜਵਾਨੀ ਜਿਹੜੀ ਹੈ ਕਈ ਵਾਰੀ ਜ਼ਿੰਦਗੀ ਤੋਂ ਉਪਰਾਮ ਹੋ ਤੁਰਦੀ ਹੈ, ਇਹ ਸਾਡੇ ਅੰਦਰ ਸਾਹਿਬਜ਼ਾਦਿਆਂ ਦੀ ਯਾਦ, ਇਹ ਕਾਲ ਕੋਠੜੀ, ਇਹਦੇ ਅੰਦਰ ਵੱਸਦਾ ਆਤਮ ਵਿਸ਼ਵਾਸ ਸਾਨੂੰ ਜ਼ਿੰਦਗੀ ਦੇ ਅੰਦਰ ਰੂਹਾਨੀ ਤਾਜ਼ਗੀ ਦੇਵੇਗਾ। ਕਦੀ ਸਾਡੇ ਅੰਦਰ ਉਹ ਕਮਜ਼ੋਰੀ ਨਹੀਂ ਆਏਗੀ ਕਿ ਅਸੀਂ ਮਾਯੂਸੀਆਂ ਦੇ ਵਿੱਚ ਡੁੱਬ ਜਾਈਏ। ਸੋ ਇਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਠੀਕ ਹੈ, ਹਿਰਦੇ ਅੰਦਰ ਵੈਰਾਗ ਦਾ ਉਪਜਣਾ ਸੁਭਾਵਿਕ ਹੈ, ਮਨੁੱਖੀ ਹਿਰਦਾ ਕੋਮਲ ਹੈ, ਦਰਦ ਦਾ ਵਹਿਣਾ ਕੁਦਰਤੀ ਹੈ, ਪਰ ਇਹ ਸਾਡੇ ਵਾਸਤੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ, ਨਾ ਕਿ ਸੋਗ ਦਾ ਪ੍ਰਤੀਕ ਨੇ। ਸਤਿਗੁਰ ਜੀ ਸਾਨੂੰ ਇਹਨਾਂ ਸਥਾਨਾਂ ਤੋਂ ਬਲ ਦੇਣ, ਪ੍ਰੇਰਨਾ ਦੇਣ, ਅਸੀਂ ਆਪਣੇ ਵਿਰਸੇ ਨਾਲ ਜੁੜੀਏ। ਇਹ ਇਮਾਰਤਾਂ ਵੀ ਸਾਡੇ ਵਿਰਸੇ ਦੀ ਗਵਾਹੀ ਭਰਦੀਆਂ ਨੇ ਕਿ ਕੋਈ ਦੂਰ ਦੀ ਬਾਤ ਨਹੀਂ ਹੈ ਜਦੋਂ ਸਾਨੂੰ ਗੁਲਾਮ ਬਣਾਉਣ ਦਾ ਯਤਨ ਕੀਤਾ, ਪਰ ਜਿਨ੍ਹਾਂ ਦੇ ਅੰਦਰ ਸੱਚ ਦੀ ਚੰਗਿਆੜੀ ਹੋਵੇ, ਜਿਨ੍ਹਾਂ ਦੇ ਅੰਦਰ ਧਰਮ ਦੀ ਜੋਤ ਜਗਦੀ ਹੋਵੇ, ਉਹ ਕਦੀ ਵੀ ਗੁਲਾਮ ਨਹੀਂ ਹੁੰਦੇ। ਸੋ ਇਹ ਪਿੰਜਰੇ ਇੱਥੇ ਹੀ ਰਹਿ ਗਏ, ਪਰ ਉਹ ਸੱਚ ਜਿਹੜਾ ਸੀ ਉਹ ਬੁਲੰਦੀਆਂ ਦੇ ਉੱਤੇ ਸੂਰਜ ਬਣ ਕੇ ਚਮਕਿਆ, ਜ਼ੁਲਮੀ ਰਾਜ ਦਾ ਅੰਤ ਹੋ ਗਿਆ। ਉਹ ਸੱਚ ਅੱਜ ਵੀ ਜਿੰਦਾ, ਜਿਹਨੂੰ ਅਸੀਂ ਅੱਜ ਇਹ ਕਾਲ ਕੋਠੜੀਆਂ ਦੇ ਸਾਹਮਣੇ ਨਮਸਕਾਰ ਕਰਨ ਵਾਸਤੇ ਆਏ ਹਾਂ। ਸੋ ਆਓ, ਪੰਥ ਨੇ ਇੱਥੇ ਜੁੜਨਾ, ਬਹੁਤ ਰੰਗ ਦੇ ਵਿੱਚ, ਇੱਕ ਗਹਿਰੇ ਅਨੁਭਵ ਵਿੱਚ, ਅਹਿਸਾਸ ਦੇ ਅੰਦਰ ਉਹ ਸਮਾਗਮ ਜਿਹਦੇ ਵਿੱਚ ਵੱਡੀ ਗਿਣਤੀ ਦਾ ਇਕੱਠ, ਪਰ ਸਾਹ ਰੋਕ ਕੇ ਸਾਹਿਬਜ਼ਾਦਿਆਂ ਦੀ ਗਾਥਾ ਗੁਰੂ ਕੀਆਂ ਸੰਗਤਾਂ ਸੁਣਦੀਆਂ ਨੇ, ਹਾਜ਼ਰੀ ਭਰਦੀਆਂ ਨੇ। ਸੱਚੇ ਸਾਹਿਬ ਜੀ ਜਿੱਥੇ ਵੀ ਤੁਸੀਂ ਬੈਠੇ ਹੋ, ਸੁਰਤ ਕਰਕੇ ਤੁਹਾਨੂੰ ਇਸ ਸਥਾਨ ਨਾਲ ਜੋੜਨ, ਤੁਹਾਡੀ ਜ਼ਿੰਦਗੀ 'ਚ ਚੜ੍ਹਦੀ ਕਲਾ ਆਵੇ, ਆਤਮ ਵਿਸ਼ਵਾਸ ਆਵੇ, ਸੈਲਫ ਕੌਨਫੀਡੈਂਸ ਆਵੇ। ਸਾਹਿਬਜ਼ਾਦਿਆਂ ਦੀ ਯਾਦ ਤੁਹਾਨੂੰ ਜ਼ਰੂਰ ਜ਼ਿੰਦਗੀ ਦਾ ਬਲ ਬਖਸ਼ੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ